क्या मामलात है कि बच्चियां दर-बदर भटक रही हैं? ਠੀਕ ਹੈ, ਬੱਚਿਆਂ ਨੂੰ ਇਸ ਔਰਤ ਨੇ ਸ਼ੁਰੂ ਤੋਂ ਮਿਲਣ ਨਹੀਂ ਦਿੱਤਾ। ਆਪ ਜਾਵਾਂ ਰਾਤ ਰਹਿ ਲਵਾਂ ਦਿਨ ਰਹਿ ਲਵਾਂ ਮੈਂ ਆਪ ਨਾਲ, ਲੇਕਿਨ ਉਹ ਤਲਾਕ ਹੋਈ ਸੀ, ਉਹ ਮਿਲਣਾ ਨਹੀਂ ਸੀ ਚਾਹੁੰਦੇ। ਇਸ ਔਰਤ ਨੇ ਉਹਦਾ ਬੇਸਮੈਂਟ 'ਚ ਉਹਦੇ ਦੋਸਤ ਆਉਂਦੇ ਸੀ, ਕੁਲੀਗ ਆਉਂਦੇ ਸੀ, ਇਹਨੇ ਉਹਦਾ ਬਹਿਣਾ ਹਰਾਮ ਕਰ ਦੇਣਾ, ਇਹਨੇ ਉਹਦਾ ਜੀਣਾ ਹਰਾਮ ਕਰ ਦੇਣਾ, ਜੋ ਅੱਜ ਕਰ ਰਹੀ ਹੈ। ਸ਼ਹਿਬਾਜ਼ ਸਾਹਿਬ ਤੁਹਾਡੇ ਹੱਥ ਕੋਈ ਸਬੂਤ ਵੀ ਲੱਗੇ ਨਾ, ਉਹ ਕੀ ਸਬੂਤ ਹੈਗੇ ਨੇ? ਤਾਰਕ ਟੈਡੀ ਸਾਹਿਬ ਦੇ ਨਾਮ ਦਾ ਨਾਲ ਇਹਨਾਂ ਨੇ ਆਪਣਾ ਸ਼ਨਾਖਤੀ ਕਾਰਡ ਬਣਾਇਆ। ਤਲਾਕ ਹੋਈ ਹੈ 2012 ਚ। 12 'ਚ ਤਲਾਕ ਹੋਈ ਹੈ, ਤਲਾਕ ਦੇ ਪੇਪਰ ਮੇਰੇ ਕੋਲ ਨੇ। ਇਹਦੇ ਖਿਲਾਫ ਅਸੀਂ FIR ਕਟਵਾ ਰਹੇ ਹਾਂ, FIA 'ਚ ਕਟਵਾ ਰਹੇ हैं, नादरा 'ਚ कटवा रहे हैं। बच्चियों का क्या बनेगा सबसे बड़ा जो सवाल? अगर ਇਹਦੇ ਕੋਲ ਬੱਚੀਆਂ ਨਹੀਂ ਕੰਟਰੋਲ ਹੋ ਰਹੀਆਂ, ਨਹੀਂ ਸੈੱਟ ਹੋ ਰਹੀਆਂ, ਉਹਦੇ ਭਾਈ ਦੇ ਹਵਾਲੇ ਕਰੇ। ਮੀਡੀਆ ਵੀ ਇੱਥੇ ਵੇ, ਅਦਾਲਤਾਂ ਵੀ ਇੱਥੇ ਵੇ, ਉਹਦਾ ਸਕਾ ਭਾਈ ਏ। बच्चियों का हिस्सा बनता है वो भी आप देंगे? ਉਹ ਹਿੱਸਾ ਵੀ ਅਸੀਂ ਦਿਆਂਗੇ। ਬੱਚੀਆਂ ਦਾ ਜ਼ਾਹਰ ਹੈ, ਬੱਚੀਆਂ ਦਾ ਹਿੱਸਾ ਅਸੀਂ ਰੱਖਣਾ ਨਹੀਂ, ਨਾ ਅਸੀਂ ਆਪਣੀ ਕਬਰ ਪਾਰੀ ਕਰਨੀ ਹੈ। अस्सलाम वालेकुम नाज़रीन, मैं हूं AD मलक। तारक टैडी जो कि स्टेज की दुनिया का एक बड़ा नाम था, आज उसे इस दुनिया फ़ानी से रुखसत हुए तकरीबन 1 साल का अरसा गुजर चुका है। लेकिन आए रोज़ कुछ ना कुछ इस हवाले से आपके सामने कोई ना कोई वीडियो नज़र आती होगी। कुछ रोज़ पहले तारक टैडी साहब की जो मासूम बच्चियां हैं उनको दर बदर भटकते हुए आपने देखा होगा, कभी कब्रिस्तान तो कभी किसी जगह पर। लेकिन ये मासूम बच्चियां क्यों दर बदर भटक रही हैं और उन्हें भटकाने पर कौन मजबूर कर रहा है? मेरे साथ तारक टैडी के भाई मौजूद हैं, उनसे बात करते हैं, क्योंकि उन पर भी बहुत संगीन किस्म के इल्ज़ामात लगाए गए थे, लेकिन उनके पास बहुत अहम सबूत हाथ लगे हैं जो कि वो आप सबको दिखाना चाहता है। क्योंकि तारक टैडी साहब की जो चाहने वाले थे या तारक टैडी से जो मोहब्बत करते थे, उनको उनके बारे में या तारक टैडी पर जो उँगलियां उठा रहे थे, उनको सच से आगाह करना बहुत ज़रूरी है। तो इनसे बात करते हैं कौन से ऐसे सबूत इनके हाथ लगे हैं, और सबसे पहले सवाल इनसे करते हैं कि वो मासूम बच्चियां जो दर बदर भटक रही हैं, तो सर मुझे बताइएगा कि ये क्या मामलात है कि बच्चियां दर बदर भटक रही हैं? ਦੇਖੋ ਜੀ, ਗੱਲ ਇਹ ਵੇ ਕਿ ਬੱਚੀਆਂ ਜਦੋਂ ਤਾਰਕ ਸਾਹਿਬ ਦੀ ਪੈਦਾ ਹੋਈਆਂ ਸੀ ਨਾ, ਜਦੋਂ ਉਸ ਔਰਤ ਨੂੰ ਆਸਫਾ ਬੀਬੀ ਨੂੰ ਤਾਰਕ ਸਾਹਿਬ ਨੇ ਤਲਾਕ ਦੇ ਦਿੱਤੀ, ਬੱਚੀਆਂ ਉਹਦੇ ਕੋਲ ਸੀ। ਬੱਚੀਆਂ ਦਾ ਤਾਰਕ ਸਾਹਿਬ ਖਰਚਾ ਦੇ ਰਹੇ ਸੀ, ਅਦਾਲਤ ਦੇ ਥਰੂ ਵੀ ਦੇ ਰਹੇ ਸੀ, ਵੈਸੇ ਵੀ ਦੇ ਰਹੇ ਸੀ। ਠੀਕ ਹੈ, ਬੱਚੀਆਂ ਨੂੰ ਇਸ ਔਰਤ ਨੇ ਸ਼ੁਰੂ ਤੋਂ ਮਿਲਣ ਨਹੀਂ ਦਿੱਤਾ। ਬਿਲਕੁਲ ਬਾਪ ਦਾ ਪਿਆਰ ਨਹੀਂ ਲੈਣ ਦਿੱਤਾ, ਬਾਪ ਦੇ ਕੋਲ ਨਹੀਂ ਆਉਣ ਦਿੱਤਾ। ਉਹ ਜਦੋਂ ਬਾਪ ਕਹਿੰਦਾ ਸੀ ਨਾ ਕਿ ਤੂੰ ਬੱਚਿਆਂ ਨੂੰ ਮੇਰੇ ਕੋਲ ਭੇਜ ਦੇ, ਮੈਂ ਇੱਕ ਦਿਨ ਮਿਲ ਲਵਾਂ, ਇਹ ਖੁਦ ਨਾਲ ਟੱਚ ਹੁੰਦੀ ਸੀ ਕਿ ਮੈਂ ਨਾਲ ਖੁਦ ਆਵਾਂ। ਤਾਰਕ ਸਾਹਿਬ ਨੇ ਪੂਰੀ ਦੁਨੀਆ ਫੇਰੀ ਸੀ, ਤਾਰਕ ਸਾਹਿਬ ਨੇ ਪੂਰਾ ਹਰ ਜਗ੍ਹਾ ਦਾ ਪਾਣੀ ਪੀਤਾ ਸੀ। ਉਹਨਾਂ ਨੂੰ ਪਤਾ ਸੀ ਕਿ ਬੱਚੀਆਂ ਦੇ ਹਵਾਲੇ ਨਾਲ ਇਹ ਖੁਦ ਆਉਣਾ ਚਾਹੁੰਦੀ ਹੈ। ਜਦ ਕਿ ਇਹਨੂੰ ਤਲਾਕ ਹੋਈ ਹੈ, ਇਹ ਕੋਈ ਨਾ ਕੋਈ ਕਪੱਤ, ਕੋਈ ਨਾ ਕੋਈ ਮਸਲਾ ਇਹਨੇ 2017 'ਚ ਵੀ ਇਹੀ ਮਸਲਾ ਬਣਾਇਆ ਸੀ। 18 ਜਾਂ 17 ਦੇ ਵਿੱਚ, 18 ਦੇ ਵਿੱਚ, ਤੇ ਥਾਣਾ ਇਕਬਾਲ ਟਾਊਨ ਤਾਰਕ ਸਾਹਿਬ ਨੇ 15 ਤੇ ਕਾਲ ਕਰਤੀ ਸੀ। ਬਲਕਿ 15 ਤੇ ਕਾਲ ਵੀ ਇਹਨੇ ਕੀਤੀ ਸੀ ਕਿ ਜੀ ਤਾਰਕ ਸਾਹਿਬ ਨੇ ਮੈਨੂੰ ਨਾ ਆਪਣੇ ਘਰ ਬੁਲਾਇਆ। ਉਹ ਫਿਰ ਪੁਲਿਸ ਵਾਲੇ ਨੇ ਪੁੱਛਿਆ ਸੀ ਕਿ ਬੀਬੀ ਤੂੰ ਘਰ ਕਿਉਂ ਗਈ ਹੈ? ਅਜੀ ਇਹਨਾਂ ਨੇ ਬੁਲਾਇਆ, ਉਹਨੇ ਕਿਹਾ ਤੈਨੂੰ ਘਰ ਬੁਲਾ ਕੇ ਤੇ ਕੁਛ ਵੀ ਕਰ ਸਕਦਾ ਸੀ, ਤੈਨੂੰ ਤਲਾਕ ਹੋਈ ਹੈ, ਤੇਰਾ ਕੰਮ ਨਹੀਂ ਬਣਦਾ ਜਾਣਾ। ਇਹ ਬੱਚਿਆਂ ਨੂੰ ਅਸਲ 'ਚ ਮਿਲਾਉਣਾ ਚਾਹੁੰਦੇ ਸੀ ਕਿ ਮੈਂ ਆਪ ਜਾਵਾਂ ਰਾਤ ਰਹਿ ਲਵਾਂ ਦਿਨ ਰਹਿ ਲਵਾਂ ਮੈਂ ਆਪ ਨਾਲ, ਲੇਕਿਨ ਉਹ ਤਲਾਕ ਹੋਈ ਸੀ, ਉਹ ਮਿਲਣਾ ਨਹੀਂ ਸੀ ਚਾਹੁੰਦੇ। ਉਹ ਮੀਡੀਆ ਦੇ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ, ਉਹ ਮਿਲਣਾ ਨਹੀਂ ਸੀ ਚਾਹੁੰਦਾ। ਉਹਨੂੰ ਪਤਾ ਕਿ ਇਹ ਇੱਕ ਇਸ਼ੂ ਬਣ ਜਾਏਗਾ ਮੇਰੇ ਵਾਸਤੇ। ਬੱਚੀਆਂ ਨੂੰ ਉਹਨੂੰ ਕਹਿੰਦਾ ਸੀ ਭੇਜ ਦੇ, ਮੇਰੀਆਂ ਆਪਣੀਆਂ ਨੇ ਬੱਚੀਆਂ, ਤੁਸੀਂ ਭੇਜ ਦਿਓ, ਲੇਕਿਨ ਨਹੀਂ ਸੀ ਭੇਜਦੀ। ਮੈਨੂੰ ਤੁਸੀਂ ਇਹ ਦੱਸੋ ਕਿ ਤਾਰਕ ਟੈਡੀ ਸਾਹਿਬ ਨੇ ਆਸਮਾ ਬੀਬੀ ਜਿਨ੍ਹਾਂ ਨੂੰ ਕਿ ਤਲਾਕ ਦੇ ਚੁੱਕੇ ਨਾ, ਸ਼ਾਦੀ ਉਹ ਆਪਣੀ ਮਰਜ਼ੀ ਦੀ ਕੀਤੀ ਸੀ, ਪਸੰਦ ਦੀ ਕੀਤੀ ਸੀ ਕਿ ਤੁਹਾਡੇ ਘਰ ਵਾਲਿਆਂ ਦੀ ਰਜ਼ਾਮੰਦੀ ਦੇ ਨਾਲ ਕੀਤੀ? ਨਹੀਂ, ਸ਼ਾਦੀ ਤਾਰਕ ਸਾਹਿਬ ਦੀ ਤਕਰੀਬਨ ਮਰਜ਼ੀ ਨਹੀਂ ਸੀ ਹੈ। ਤਾਰਕ ਸਾਹਿਬ 2007 'ਚ ਉਹਨਾਂ ਦੀ ਮਿਸਿਸ ਪਹਿਲੀ ਨੂੰ ਅਟੈਕ ਹੋ ਗਿਆ। ਉਸ ਤੋਂ ਬਾਅਦ ਮੇਰੀ ਫੈਮਿਲੀ, ਤਾਰਕ ਸਾਹਿਬ ਆਪਣਾ ਬੱਚੇ, ਮੇਰੀ ਸਿਸਟਰਾਂ ਕਾफ़ी ਅਰਸਾ ਰਹਿ ਗਈਆਂ। ਅਸੀਂ ਉਹਨੂੰ ਕਿਹਾ ਸ਼ਾਦੀ ਕਰ ਲਾ। ਉਹਨੂੰ ਤਾਰਕ ਸਾਹਿਬ ਦਾ ਇੱਕ ਰੂਹ ਦੌਰ ਸੀ। ਉਹ ਵੱਲ ਸਾਹਿਬ ਸਾਡੇ ਬਿਮਾਰ ਸੀ, ਉਹਨਾਂ ਨੂੰ ਆਕਸੀਜਨ ਸਿਲੰਡਰ ਲੱਗਾ ਹੋਇਆ ਸੀ, ਫੇਫੜੇ ਖਤਮ ਸੀ, ਤਾਰਕ ਸਾਹਿਬ ਇਲਾਜ ਕਰਾ ਰਹੇ ਸੀ। ਹੱਜ ਕਰਾਇਆ ਤਾਰਕ ਸਾਹਿਬ ਨੇ, ਇਲਾਜ ਕਰਾਇਆ, ਪੈਸਾ ਉਹਨਾਂ ਨੇ ਲਾਇਆ, ਡਿਊਟੀ ਉਹਨਾਂ ਦੇ ਉੱਤੇ ਮੈਂ ਦਿੱਤੀ ਹੈ, ਇਲਾਜ ਤਾਰਕ ਸਾਹਿਬ ਕਰਾਉਂਦੇ ਸੀ। ਉਹਨਾਂ ਨੇ ਕਿਹਾ ਕਿ ਤਾਰਕ ਯਾਰ, ਅੱਬਾ ਜੀ ਨੇ ਕਿਹਾ ਕਿ ਤਾਰਕ ਸ਼ਾਦੀ ਕਰ ਲਾ। ਤਾਰਕ ਸਾਹਿਬ ਨੇ ਕਿਹਾ ਜੀ ਹਾਜੀ ਸਾਹਿਬ ਜਾਂ ਸ਼ਹਬਾਜ਼ ਸਾਹਿਬ ਤੁਸੀਂ ਸ਼ਾਦੀ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਕਰ ਲਾਂਗਾ, ਲੇਕਿਨ ਮੈਂ ਫੀਲਡ 'ਚ ਨਹੀਂ ਕਰਾਂਗਾ। ਬਹਰਹਾਲ ਉਹ ਇੱਕ ਰਿਸ਼ਤਾ ਅਸੀਂ ਦੇਖਿਆ, ਮੈਂ ਹੀ ਦੇਖਿਆ, ਕਿਸੇ ਮਿਲਣ ਵਾਲੇ ਨੇ ਦਿਖਾਤਾ। ਹੁਣ ਮੇਰੀ ਅਗਰ ਵਾਲਦਾ ਜ਼ਿੰਦਾ ਹੁੰਦੀ ਜਾਂ ਮੇਰੇ ਕੋਈ ਹੋਰ, ਇਹ ਔਰਤਾਂ ਔਰਤਾਂ ਨੂੰ ਪਹਿਚਾਣ ਲੈਂਦੀਆਂ ਨੇ। ਅਸੀਂ ਤਾਂ ਹੁਣ ਇੱਕ ਔਰਤ ਨੂੰ ਦੇਖਿਆ, ਉਹਦੀ ਮਾਸੂਮੀਅਤ ਦੇਖੀ, ਉਹਦਾ ਚਿਹਰਾ ਵੇਖਿਆ, ਅਸੀਂ ਕਿਹਾ ਜੀ ਓਕੇ। ਤਾਰਕ ਸਾਹਿਬ ਕੁਛ ਸਮਝਦੇ ਸੀ ਔਰਤਾਂ ਦੇ ਬਾਰੇ 'ਚ। ਉਹਨਾਂ ਨੇ 1-2 ਦਫ਼ਾ ਕਿਹਾ ਯਾਰ ਮੈਂ ਨਾ ਨਹੀਂ ਕਰਨੀ, ਇੱਕ ਮੈਨੂੰ ਕੋਈ ਸਾਈਕੋ ਕੇਸ ਲੱਗਦੀ ਹੈ, ਪਾਗਲ ਹੈ। ਮਿੰਟ 'ਚ ਨੰਬਰ ਤੋਂ ਨਾ ਮੇਰੇ ਕੋਲ ਲੈ ਲਿਆ ਤਾਰਕ ਸਾਹਿਬ ਦਾ, ਮਿੰਟ ਤੇ ਕਹਿੰਦਾ ਮੈਂ ਥੀਏਟਰ ਕੰਮ ਵੀ ਕਰ ਰਿਹਾ ਨਾ, ਹਾਲਾਂਕਿ ਥੀਏਟਰ ਕਹਿੰਦਾ ਜਦੋਂ ਮੈਂ ਕੰਮ ਕਰ ਰਿਹਾ ਤੁਹਾਡੀ ਕਾਲ ਵੀ ਨਹੀਂ ਆਉਂਦੀ, ਕੋਈ ਪਤਾ ਬਿਜ਼ੀ ਨੇ। ਇਹ ਮਿੰਟ ਤੇ ਕਾਲ ਕਰ ਰਹੀ ਹੈ, ਅੱਜ ਮੈਨੇ ਇਹ ਖਾਧਾ ਹੈ, ਅੱਜ ਮੈਂ ਇਹ ਕੀਤਾ ਹੈ, ਅੱਜ ਉਹੀ
ਉਹੀ ਅੱਜ ਕੱਲ੍ਹ ਟਿਕਟੌਕ ਵੀ ਤੇ ਚੱਲ ਰਹੇ, ਯਾਨੀ ਕਿ ਸੇਮ ਟੂ ਯੂ, ਚੇਂਜ ਨਹੀਂ ਵੱਜਾ। ਤਾਰਕ ਸਾਹਿਬ ਨੇ ਪਰ ਰੌਲਾ ਪਾਇਆ ਕਿ ਸ਼ਾਦੀ ਨਹੀਂ ਕਰਨੀ, ਮੈਂ ਨਹੀਂ ਕਰਨੀ, ਲੇਕਿਨ ਅਸੀਂ ਸੋਚਿਆ ਕਿ ਯਾਰ ਇਹ ਜਿਹੜਾ ਬੰਦਾ ਸਾਨੂੰ ਸ਼ਾਦੀ ਤੋਂ ਨਾ ਕਰੇ, ਹੋ ਸਕਦਾ ਇਹਨੇ ਕਿਸੇ ਹੋਰ ਜਗ੍ਹਾ ਤੇ ਕਰਾਉਣੀ ਹੋਵੇ। ਵਾਲਦ ਸਾਹਿਬ ਨੇ ਕਿਹਾ ਯਾਰ ਇੱਕ ਅੱਛੀ ਔਰਤ ਹੈ, ਇਹ ਮੇਰੀ ਆ ਕੇ ਖਿਦਮਤ ਕਰੇ। ਇਹਨੇ ਅੱਬਾ ਜੀ ਨੂੰ ਬੜੇ ਖ਼ਾਬ ਦਿਖਾਏ ਨੇ, ਮੈਨੂੰ ਵੀ ਖ਼ਾਬ ਵਿਖਾਏ ਨੇ ਕਿ ਤੂੰ ਮੇਰਾ ਭਾਈ ਹੈ, ਤੂੰ ਮੇਰਾ ਵੀਰ ਹੈ, ਤੂੰ ਮੇਰਾ ਭਾਈ ਹੈ, ਤੂੰ ਫਲਾਣ ਹੈ ਢੀਂਗ ਹੈ, ਇੰਝ ਮੈਂ ਬੱਚੇ ਦੀ ਆ ਕੇ ਕੇਅਰ ਕਰਨੀ। ਬੱਚਾ ਸੀ 4 ਸਾਲ ਦਾ। ਤਾਰਕ ਸਾਹਿਬ ਨੇ ਬੱਚੇ ਵਾਸਤੇ ਸ਼ਾਦੀ ਕਰਨੀ ਸੀ, ਅਸੀਂ ਬੱਚੇ ਨੂੰ ਮੋਢਿਆਂ ਤੇ ਬਿਠਾ ਕੇ ਸਕੂਲ ਛੱਡ ਕੇ ਆਈਦਾ ਸੀ, ਸਕੂਲ ਤੋਂ ਲਿਆ ਕੇ ਅੰਦਰ ਲੌਕ ਕਰਕੇ ਫਿਰ ਉਹ ਬੱਚੇ ਨੂੰ ਅਸੀਂ ਆਪਣੇ ਕੰਮਾਂ ਤੇ ਜਾਣਾ, ਤਾਰਕ ਸਾਹਿਬ ਨੇ ਸੁੱਤੇ ਹੋਣਾ, ਉਹਨਾਂ ਡਿਸਟਰਬ ਕਰਨਾ। ਅੱਛਾ ਸ਼ਾਦੀ ਵੀ ਹੋ ਗਈ ਹੈ, ਸ਼ਾਦੀ ਤੋਂ ਮਕਲਾਵੇ ਤੋਂ ਬਾਅਦ ਤਾਰਕ ਸਾਹਿਬ ਨੇ ਮੈਨੂੰ ਬਲਕਿ ਫੜ ਲਿਆ ਗਿਰਬਾਨ ਤੋਂ ਕਿ ਤੂੰ ਮੈਨੂੰ ਗਲਤ ਫਸਾ ਦਿੱਤਾ ਗਿਆ, ਇਹ ਲੋਕ ਗਲਤ ਹੈਗੇ ਨੇ, ਇਹ ਕਰਪਟ ਲੋਕ ਨੇ। ਆਪਣੀ बीवी ਦੇ ਬਾਰੇ। ਬੀਵੀ ਦੇ ਬਾਰੇ ਕਿਹਾ ਕਰਪਟ ਨੇ, ਤੇ ਮੈਂ ਸਾਰੀ ਜ਼ਿੰਦਗੀ ਤੈਨੂੰ ਮਾਫ ਨਹੀਂ ਕਰਾਂਗਾ। ਨਾ ਹਾਜੀ ਸਾਹਿਬ ਨੇ ਤੇ ਮੇਰੇ ਨਾਲ ਕਰ ਲਿਆ ਜੋ ਕਰਨਾ, ਹਾਜੀ ਸਾਹਿਬ ਨੇ ਮੈਂ ਕੁਝ ਨਹੀਂ ਕਰਨਾ, ਤੈਨੂੰ ਨਹੀਂ ਕਰਾਂਗਾ। ਮੈਂ ਵੀ ਸੋਚੀ ਪੈ ਗਿਆ ਕਿ ਅੱਲਾ ਖੈਰ ਕਰੇ ਕੀ ਹੋ ਗਿਆ। ਹੁਣ ਆਉਂਦਿਆਂ ਬੀਵੀ ਹੋਣੇ ਨੇ ਜਨਾਬ, ਜੋ ਅੱਜ ਹੋ ਰਿਹਾ 1 ਸਾਲ ਤਾਰਕ ਸਾਹਿਬ ਨੂੰ ਫੌਤ ਹੋਇਆ, ਅਗਰ ਉਹ ਜ਼ਿੰਦਾ ਹੁੰਦੇ, ਅਗਰ ਅੱਜ ਜ਼ਿੰਦਾ ਹੁੰਦੇ, ਉਹ ਸਿਆਣੇ ਦੀ ਇੱਕ ਮਿਸਾਲ ਹੈ ਨਾ ਕਿ ਜ਼ਿੰਦਾ ਇਨਸਾਨ ਹੋਵੇ ਤੇ ਕੋਈ ਉਹਨੂੰ ਬੁਰਾ ਕਹਿ ਰਿਹਾ, ਕੋਈ ਉਹਨੂੰ ਮੰਦਾ ਕਹਿ ਰਿਹਾ, ਕੋਈ ਗੰਦਾ ਕਹਿ ਰਿਹਾ, ਤੇ ਜਦੋਂ ਮਰ ਜਾਂਦਾ ਉਹਨੂੰ ਸਾਰੇ ਅੱਛੇ ਕਹਿੰਦੇ ਨੇ। ਇਹਦਾ ਮਤਲਬ ਕਿ ਅੱਛਾ ਹੋਣ ਵਾਸਤੇ ਮਰਨਾ ਬਹੁਤ ਜ਼ਰੂਰੀ ਹੋ ਗਿਆ। ਅੱਜ ਅੱਛਾ ਉਸ ਤੋਂ ਬਾਅਦ ਇਸ ਔਰਤ ਨੇ ਉਹਦਾ ਬੇਸਮੈਂਟ 'ਚ ਉਹਦੇ ਦੋਸਤ ਆਉਂਦੇ ਸੀ, ਕੁਲੀਗ ਆਉਂਦੇ ਸੀ, ਇਹਨੇ ਉਹਦਾ ਬਹਿਣਾ ਹਰਾਮ ਕਰ ਦੇਣਾ, ਇਹਨੇ ਉਹਦਾ ਜੀਣਾ ਹਰਾਮ ਕਰ ਦੇਣਾ, ਜੋ ਅੱਜ ਕਰ ਰਹੀ ਹੈ। ਸੇਮ ਟੂ ਯੂ, ਚੇਂਜ ਨਹੀਂ ਹੋਇਆ, ਚੇਂਜ ਨਹੀਂ ਹੋਇਆ। ਇਹ ਚੇਂਜ ਅਸੀਂ ਕਰਨਾ ਚਾਹੁੰਦੇ ਸੀ। ਉਹਦੀ ਵਾਲਦਾ ਨੂੰ ਅਸੀਂ ਇੱਕ ਹੱਥ ਵਾਲੇ ਫੋਨ ਹੁੰਦੇ ਸੀ, ਉਹਨਾਂ ਨੂੰ ਕਿਹਾ ਜੀ ਇਹਦਾ ਫੋਨ ਬੰਦ ਕਰਾ ਦਿਓ, ਇਹ ਫੋਨ ਤੇ ਲੱਗੀ ਰਹਿੰਦੀ ਹੈ, ਨੰਬਰ ਤਾਰਕ ਸਾਹਿਬ ਦੀ ਚੋਰੀ ਕੱਢ ਲੈਂਦੀ, ਰਾਤ ਨੂੰ ਫੋਨ ਕਰਦੀ ਰਹਿੰਦੀ। ਲੇਕਿਨ ਉਹਦੇ ਮਾਂ-ਬਾਪ ਨੇ ਫੋਨ ਨਹੀਂ ਬੰਦ ਕਰਾਇਆ। ਪੰਚਾਇਤਾਂ ਤਕਰੀਬਨ 9000 ਪੰਚਾਇਤ ਇੱਥੇ ਬੈਠੀ ਹੈ, ਬੜੇ-ਬੜੇ ਤਾਰਕ ਸਾਹਿਬ ਦੇ ਅਫਸਰ ਬੈਠੇ ਨੇ, ਬੜੇ-ਬੜੇ ਉਹਨਾਂ ਦੀ ਤਰਫੋਂ ਬੈਠੇ, ਲੇਕਿਨ ਉਹ ਔਰਤ ਸਿੱਧੀ ਨਹੀਂ ਹੋਈ। ਤਲਾਕ ਉਸ ਤੋਂ ਬਾਅਦ ਕੋਈ ਤਲਾਕ ਦਾ 2 ਮਿੰਟ ਦਾ ਫੈਸਲਾ ਨਹੀਂ ਹੈਗਾ, 10 ਮਿੰਟ ਦਾ ਫੈਸਲਾ ਹੈ। ਇਹਨੇ 2-3 ਦਫ਼ਾ ਤਾਰਕ ਸਾਹਿਬ ਦਾ ਗਿਰਬਾਨ ਫੜਿਆ, ਤਾਰਕ ਸਾਹਿਬ ਨੂੰ ਇੱਥੇ ਇਹਨਾਂ ਨੂੰ ਸੁੱਟਿਆ, ਠੀਕ ਹੋ ਗਿਆ। ਮੈਂ 2-3 ਮਹੀਨੇ ਘਰੋਂ ਵੀ ਨਿਕਲ ਗਿਆ। ਤਾਰਕ ਸਾਹਿਬ ਮੈਨੂੰ ਬੁਰਾ ਕਹਿਣ, ਇਹ ਮੈਨੂੰ ਬੁਰਾ ਕਵੇ। ਤਲਾਕ ਤਾਰਕ ਟੈਡੀ ਸਾਹਿਬ ਨੇ ਆਪਣੀ ਇਸ ਰਜ਼ਾਮੰਦੀ ਨਾਲ ਦਿੱਤੀ ਕਿ ਮੈਨੂੰ ਸਕੂਨ ਨਹੀਂ ਹੈਗਾ। ਉਹ ਆਪਣਾ ਕੰਮ ਭੁੱਲਦੇ ਜਾ ਰਹੇ ਸੀ, ਕੰਮ ਪਿੱਛੇ ਜਾ ਰਹੇ ਸੀ। ਤਲਾਕ ਕਦੋਂ ਦਿੱਤੀ ਸੀ? ਤਲਾਕ ਹੋਈ ਇਹਨਾਂ ਦੀ 2012 ਦੇ ਵਿੱਚ। 2012 ਤੋਂ ਬਾਅਦ ਤਲਾਕ ਹੋ ਗਈ। ਉਸ ਤੋਂ ਬਾਅਦ ਉਹਨਾਂ ਦਾ ਖਰਚਾ ਲੱਗ ਗਿਆ ਬੱਚੀਆਂ ਦਾ, ਬੱਚੀਆਂ 2 ਪੈਦਾ ਹੋਈਆਂ ਸੀ। ਬੱਚੀਆਂ ਨੂੰ ਫਿਰ ਉਹ ਮਿਲਾਉਂਦੀ, ਨਹੀਂ ਮਿਲਾਉਂਦੀ, ਇਸੇ ਤਰ੍ਹਾਂ ਰੋਡਾਂ ਤੇ ਕਦੀ ਕਿਸੇ ਦੇ ਘਰ ਜਾ ਕੇ ਵੜ ਗਈ। ਮੈਂ ਤਾਰਕ ਡੈਡੀ ਸਾਹਿਬ ਦੀ ਬੀਵੀ ਹਾਂ। ਤਾਰਕ ਸਾਹਿਬ ਦੇ ਕੁਲੀਗ ਜਿੰਨੇ, ਅਗਰ ਮੇਰਾ ਖਿਆਲ ਹੈ ਕੋਈ 1000 ਐਕਟਰ ਹੈ ਨਾ ਪਾਕਿਸਤਾਨ ਲਾਹੌਰ ਦੇ ਵਿੱਚ ਜਾਂ ਜਿੰਨਾ ਵੀ ਹੈ, ਤੇ 900 ਨੂੰ ਉਹ ਜਾਣਦੀ ਹੈ। ਉਹ ਕਦੀ ਅੱਛਾ ਸ਼ਹਿਬਾਜ਼ ਸਾਹਿਬ, ਤੁਹਾਡੇ ਹੱਥ ਕੋਈ ਸਬੂਤ ਵੀ ਲੱਗੇ ਨੇ, ਉਹ ਕੀ ਸਬੂਤ ਹੈਗੇ ਨੇ? ਉਹ ਸਬੂਤ ਇਹ ਲੱਗੇ ਜਨਾਬ, ਗੱਲ ਇਹ ਹੈ ਕਿ ਇਹਨਾਂ ਨੇ 2012 'ਚ ਤਲਾਕ ਹੋਈ ਹੈ। 2017 'ਚ ਤਾਰਕ ਟੈਡੀ ਸਾਹਿਬ ਦੇ ਨਾਮ ਦੇ ਨਾਲ ਇਹਨਾਂ ਨੇ ਆਪਣਾ ਸ਼ਨਾਖਤੀ ਕਾਰਡ ਬਣਾਇਆ। 2017 ਦੇ ਵਿੱਚ 17 ਦੇ ਵਿੱਚ, ਜਦ ਕਿ ਤਲਾਕ ਹੋਈ ਹੈ 2012 ਚ। 12 'ਚ ਤਲਾਕ ਹੋਈ ਹੈ। ਤਲਾਕ ਦੇ ਪੇਪਰ ਮੇਰੇ ਕੋਲ ਨੇ, ਸ਼ਨਾਖਤੀ ਕਾਰਡ ਮੇਰੇ ਕੋਲ ਹੈ। ਹਰ ਤਲਾਕ ਦੇ ਜਿਹੜੇ ਸਾਨੂੰ ਡਾਕਖਾਨੇ ਦੀ ਰਸੀਦ ਵਾਪਸ ਆਉਂਦੀ, ਉਹ ਸਾਡੇ ਕੋਲ ਹੈ। ਜਦ ਕਿ ਸ਼ਨਾਖਤੀ ਕਾਰਡ ਆਪਣੇ ਵਾਲਦ ਸਾਹਿਬ ਦੇ ਨਾਲ ਬਣਵਾ ਸਕਦੇ। ਇਹਨਾਂ ਦੇ ਵਾਲਦ ਸਾਹਿਬ ਨੇ ਇੰਨੀ ਅਕਲ ਵੀ ਨਹੀਂ ਦਿੱਤੀ ਕਿ ਬੇਟਾ ਤੈਨੂੰ ਤਲਾਕ ਹੋਈ ਹੈ, ਤੂੰ ਸ਼ਨਾਖਤੀ ਕਾਰਡ ਚੇਂਜ ਕਰ ਲੈ। ਅਗਰ ਨਾਦਰਾ ਨੂੰ ਨਹੀਂ ਪਤਾ, ਨਾਦਰਾ ਕੋਲ ਅਗਰ ਡਾਟਾ ਨਹੀਂ ਹੈਗਾ, ਤਾਂ ਤੁਸੀਂ ਤਾਂ ਜਾ ਕੇ ਕਰ। 420 ਇਸ ਔਰਤ ਨੇ ਖੇਡੀ ਹੈ। ਇਹ ਮੈਂ ਤੁਹਾਨੂੰ ਸ਼ਨਾਖਤੀ ਕਾਰਡ ਦਿਖਾਤਾ ਜੀ, ਕਲੋਜ਼ ਕਰਕੇ ਤੁਸੀਂ ਦੇਖ ਸਕਦੇ ਜੀ। ਇਹਨੇ 2017 'ਚ ਇਹਦੇ ਖਿਲਾਫ ਅਸੀਂ ਐਫ-ਆਈ-ਆਰ ਕਟਵਾ ਰਹੇ ਹਾਂ, ਐਫ-ਆਈ-ਆਰ 'ਚ ਕਟਵਾ ਰਹੇ ਹਾਂ, ਨਾਦਰਾ 'ਚ ਕਟਵਾ ਰਹੇ ਹਾਂ, ਇਹ ਥਾਣਾ ਇਕਬਾਲ ਟਾਊਨ ਕਰਵਾ ਰਹੇ ਹਾਂ। ਠੀਕ ਹੋ ਗਿਆ। ਇਹ ਤਾਰਕ ਸਾਹਿਬ ਦੇ ਸ਼ਨਾਖਤੀ ਕਾਰਡ ਤੋਂ ਆਪਣਾ ਨਾਮ ਕੈਂਸਲ ਕਰਾਏਗੀ। ਇਹਨੇ ਸ਼ਨਾਖਤੀ ਕਾਰਡ ਤੇ ਤਾਰਕ ਸਾਹਿਬ ਦਾ ਨਾਮ ਕਿਉਂ ਲਿਖਵਾਉਣਾ ਚਾਹਿਆ? ਕੀ ਇਹਦੇ ਉਹ ਹੋ ਸਕਦੇ ਨੇ ਮਕਾਸਦ? ਉਹ ਸਾਰੇ ਇਸ ਵਾਸਤੇ ਲਿਖਾਇਆ ਕਿ ਇਹਨੇ ਕਈਆਂ ਨੂੰ ਦਿਖਾਉਣਾ ਹੋਏਗਾ ਕਿ ਮੈਂ ਤਾਰਕ ਸਾਹਿਬ ਦੀ ਬੀਵੀ ਹਾਂ। ਹਜੇ ਵੀ ਉਹ ਕਹਿੰਦੀ ਮੈਂ ਸੈਕੰਡ ਵਾਈਫ ਹੈ। ਦੇਖਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ 2012 'ਚ ਉਹਨਾਂ ਦੀ ਤਲਾਕ ਹੋਈ ਹੈ। ये साथ साथ कागजात जो तलाक के और आईडी कार्ड है आप देख सकते हैं। ਇਹ ਡਾਕਖਾਨੇ ਦੀ ਰਸੀਦ ਹੈ। ਇਹ ਤੁਹਾਨੂੰ ਮੈਂ ਡਾਕਖਾਨੇ ਦੀ ਰਸੀਦ ਦਿਖਾਤੀ, ਚੀਚਾ ਵਤਨੀ ਕੌਂਸਲ 'ਚ ਜਮ੍ਹਾਂ ਹੋਈ ਹੈ। ਠੀਕ ਹੋ ਗਿਆ, ਇਹਨਾਂ ਨੇ ਵਸੂਲ ਕੀਤੀ ਹੈ। ਇਹ ਤੁਸੀਂ ਖੁਦ ਮੈਨੂੰ ਪੜ੍ਹ ਕੇ ਦੱਸਣਾ ਕਿ ਕਿਆ ਇਹ ਕੀ ਚੀਜ਼ ਲਿਖੀ ਹੈ, ਗੁस्ताख ਕੀ ਲਿਖਿਆ। ਪढ़ो ज़रा। ये बिल्कुल, ये नाज़रीन बिल्कुल आप स्क्रीन पर ये जो तहरीर जो तारिक साहब ने लिख कर जिस वजह से तलाक दी थी, आप पढ़ सकते हैं। मुझे इन अल्फाज को दोहराते हुए अच्छा नहीं लगता, लेकिन आप इन तमाम डॉक्यूमेंट्स को साथ साथ पढ़ सकते हैं और देख सकते हैं कि किस वजह से तारिक साहब ने अपनी जो बीवी इनकी जो आसमा है उसको तलाक दी, और फिर उसके बाद उसने किस तरह से 2 नंबरी करके अपने आईडी कार्ड में जो शोहर का नाम लिखवाया, क्योंकि शोहर जो है वो तकरीबन 2012 में ही इनको डिवोर्स दे चुके थे, लेकिन उसके बाद इसने किस तरह से नाम लिखवाया और नाम लिखवा कर ये क्या हासिल करना चाहती थी, वो बड़ी तफसील के साथ शहबाज भाई बता रहे हैं। शहबाज भाई, बच्चियों का क्या बनेगा? सबसे बड़ा जो सवाल है।
ਦੇਖੋ ਜੀ, ਬੱਚੀਆਂ ਮਾਸ਼ਾਅੱਲਾ ਹਜੇ ਛੋਟੀਆਂ ਨੇ, ਉਹਨਾਂ ਦਾ ਮੁਸਤਕਬਲ ਤੇ ਅਸੀਂ ਬੜਾ ਅੱਛਾ ਸੋਚਿਆ ਸੀ, ਤਾਰਕ ਸਾਹਿਬ ਦੀ ਫੌਤਗੀ ਤੋਂ ਫੌਰੀ ਬਾਅਦ, ਕਿ ਬੱਚੀਆਂ ਉਹਦੇ ਆਪਣੇ ਭਾਈ ਦੇ ਹਵਾਲੇ ਹੋ ਜਾਂਦੀਆਂ, ਉਹਦਾ ਭਾਈ ਇਕੱਲਾ ਰਹਿੰਦਾ ਹੈ। ਇਹ ਵਾਲਦਾ ਸੀ, ਮਿਲਦੀ ਵਾਲਦਾ ਦੀ ਹਸੀਅਤ ਦੇ ਮੁਤਾਬਕ ਮਿਲਦੀ, ਬੱਚੀਆਂ ਦੀ ਵਾਲਦਾ ਹੈ, ਠੀਕ ਹੋ ਗਿਆ। ਲੇਕਿਨ ਜਿੱਥੋਂ ਅਗਰ ਉਹਨੂੰ ਤਲਾਕ ਹੋਈ ਹੈ, ਉਹ ਬੱਚਿਆਂ ਨਾਲ ਉਹਦਾ ਕੋਈ ਤਾਲੁਕ ਨਹੀਂ ਸੀ ਹੈਗਾ। ਹੁਣ ਬੱਚੀਆਂ ਨੂੰ ਤੁਸੀਂ ਰੋਡਾਂ ਤੇ ਲੈ ਕੇ ਖਲੋਵੋਗੇ, ਤੁਸੀਂ ਸਟਾਪਾਂ ਤੇ ਲੈ ਕੇ ਖਲੋਵੋਗੇ, ਇਹ ਬੱਚੀਆਂ ਵਾਸਤੇ ਗਲਤ ਹੈ। ਇਹ ਤਾਰਕ ਸਾਹਿਬ ਦੀ रूह ਨੂੰ ਠੇਸ पहुँचती है। असल जो मामला है ना वो बच्चियों का है, बच्चियों पर कितना गहरा असर पड़ सकता है और बच्चियों का जो मुस्तकबिल है वो किस तरफ जा सकता है, बच्चियों की ज़िंदगी को ख़तरा हो सकता है, बच्चियों के फ्यूचर को ख़तरा हो सकता है। ਹਾਂਜੀ, ਬੱਚੀਆਂ ਦੀ ਜ਼ਿੰਦਗੀ ਦੇ ਖਤਰੇ 'ਚ ਹੈ, ਇਹ 'ਚ ਤੇ ਸ਼ੱਕ ਕੋਈ ਨਹੀਂ ਕਿ ਬਿਲਕੁਲ ਬੱਚੀਆਂ ਉਹਨੇ ਦਾਅ 'ਤੇ ਲਾਈਆਂ ਹੋਈਆਂ ਨੇ, ਬੱਚਿਆਂ ਨੂੰ ਅੱਗੇ ਕਰਕੇ ਉਹ ਫੇਸ ਕਰ ਰਹੀ ਹੈ, ਬੱਚਿਆਂ ਨੂੰ ਬਿਲਕੁਲ ਰੋਡਾਂ 'ਤੇ ਲੈ ਕੇ, ਇਹ ਅਸੀਂ ਤਾਂ ਜੀ 4 ਸਾਲ ਦਾ ਬੱਚਾ ਰੋਡ 'ਤੇ ਲੈ ਕੇ ਨਹੀਂ ਖਲੋ ਸਕਦੇ ਕਿ ਸਾਡੀ ਬੇਇੱਜ਼ਤੀ ਹੈ। ਤਾਰਕ ਸਾਹਿਬ ਦੀ ਰੂਹ ਨੂੰ ਇਸ ਟਾਈਮ 'ਤੇ ਬਹੁਤ ਠੇਸ ਪਹੁੰਚਦੀ ਹੈ, ਜਦੋਂ ਇਹ ਰੋਡਾਂ 'ਤੇ ਲੈ ਕੇ ਖਲੋਂਦੀ ਹੈ, ਇਹ ਫਲਾਣੀ ਜਗ੍ਹਾ 'ਤੇ ਜਾਂਦੀ ਹੈ। ਅਗਰ ਇਹਦੇ ਕੋਲ ਬੱਚੀਆਂ ਨਹੀਂ ਕੰਟਰੋਲ ਹੋ ਰਹੀਆਂ, ਨਹੀਂ ਸੈੱਟ ਹੋ ਰਹੀਆਂ, ਉਹਦੇ ਭਾਈ ਦੇ ਹਵਾਲੇ ਕਰੇ, ਮੀਡੀਆ ਵੀ ਇੱਥੇ ਵੇ, ਅਦਾਲਤਾਂ ਵੀ ਇੱਥੇ ਵੇ, ਉਹਦਾ ਸਕਾ ਭਾਈ ਏ, ਉਹ ਭਾਈ ਅੱਛਾ ਸਲੂਕ ਕਰੇਗਾ। ਉਹ ਕੋਈ ਐਸੀ ਗੱਲ ਨਹੀਂ, ਕੋਈ ਬਲਾਲ ਨਹੀਂ, ਕੋਈ ਅੱਲਾ ਮਾਫੀ ਦੇਵੇ, ਕੋਈ ਹਵਾਨ ਨਹੀਂ। बच्चियों ਉਹਨੂੰ का बेहतर मुस्तकबिल बना सकता ਬੱਚਿਆਂ ਦਾ ਸਕੂਲ ਦਾਖਲ ਕਰਾਏਗਾ, ਉਹ ਉਹਨਾਂ ਨੂੰ ਕਾਲਜ ਦਾਖਲ ਕਰਾਏਗਾ, ਉਹਨਾਂ ਦੀ ਸ਼ਾਦੀਆਂ ਅੱਛੀਆਂ ਕਰਾ। ਮੇਰੀਆਂ ਭਤੀਜੀਆਂ ਨੇ, ਮੇਰੀਆਂ ਬੇਟੀਆਂ ਤੋਂ ਜ਼ਿਆਦਾ ਮੈਨੂੰ ਅਜ਼ੀਜ਼ ਨੇ। है। जो बच्चियों का हिस्सा बनता है वो भी आप ਹਾਂਜੀ, देंगे। ਉਹ ਹਿੱਸਾ ਵੀ ਅਸੀਂ ਦਿਆਂਗੇ, ਬੱਚਿਆਂ ਦਾ ਜ਼ਾਹਰ ਹੈ, ਬੱਚਿਆਂ ਦਾ ਹਿੱਸਾ ਅਸੀਂ ਰੱਖਣਾ ਨਹੀਂ, ਨਾ ਅਸੀਂ ਆਪਣੀ ਕਬਰ ਪਾਰੀ ਕਰਨੀ ਹੈ। ਤਾਰਕ ਸਾਹਿਬ ਦੀ ਕਬਰ ਨੂੰ ਐਸੀ ਕੋਈ ਰੂਹ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਕਿ ਅਸੀਂ 1 ਰੁਪਏ ਦੀ ਵੀ ਵੰਡ ਅਸੀਂ ਗਲਤ ਕਰੀਏ। ਇੱਕ ਬੇਟਾ ਤੇ 2 ਬੇਟੀਆਂ, ਤੀਜਾ ਵਿੱਚ ਕੋਈ ਨਹੀਂ ਹੈ, ਅਸੀਂ ਵੀ ਨਹੀਂ ਹੈ, ਸਾਡਾ ਵੀ ਹੱਕ ਕੋਈ ਨਹੀਂ ਹੈਗਾ, ਠੀਕ ਹੋ ਗਿਆ। ਅਸੀਂ ਵੀ ਬੱਚੇ ਦੀ ਫੇਵਰ ਨਹੀਂ ਕਰਾਂਗੇ, ਅਸੀਂ ਫਲਾਣੇ, ਅਸੀਂ ਬੱਚਿਆਂ ਦੀ ਹੀ ਫੇਵਰ ਕਰਾਂਗੇ। ਬੱਚਿਆਂ ਨੂੰ 10 ਰੁਪਏ ਜ਼ਿਆਦਾ ਲੈ ਕੇ ਦਿਆਂਗੇ, ਲੇਕਿਨ ਬੱਚੀਆਂ ਜਦੋਂ ਉਹਦੀਆਂ ਹੱਕਦਾਰ ਹੋ ਜਾਣਗੀਆਂ, 18 ਸਾਲ ਦੀਆਂ ਹੋ ਜਾਣ, ਠੀਕ ਹੋ ਗਿਆ, ਉਹਨਾਂ ਨੂੰ ਜੋ ਕੁਰਾਨੀ ਮਾਨੀ ਜੋ ਤਕਸੀਮ ਆ ਰਿਹਾ ਉਹਨਾਂ ਨੂੰ ਮਿਲੇਗਾ, ਉਹ ਬਲਕਿ ਜ਼ਿਆਦਾ ਮਿਲੇਗਾ। ਇਸ ਟਾਈਮ ਦੇ ਬੱਚੀਆਂ ਹੈਗੀਆਂ ਛੋਟੀਆਂ, ਉਹਨਾਂ ਨੂੰ ਆਪਣਾ ਨਫਾ ਨੁਕਸਾਨ ਕੋਈ ਪਤਾ ਨਹੀਂ ਹੈਗਾ। ਇਹ ਹਿੱਸਾ ਗਲਤ ਹੱਥਾਂ 'ਚ ਵੀ ਜਾ ਸਕਦਾ ਹੈ, ਇਹ ਸਹੀ ਹਿੱਸੇ 'ਚ ਵੀ ਜਾ ਸਕਦਾ। ਅਸੀਂ ਇਹਨੂੰ ਬੈਂਕ ਦੇ ਥਰੂ ਵੀ ਕਰ ਸਕਦੇ ਹਾਂ, ਅਸੀਂ ਬੱਚੀਆਂ ਵੱਡੀਆਂ ਵੀ ਹੋ ਜਾਣ, ਲੇਕਿਨ ਇਹ ਗੱਲਾਂ ਹੁੰਦੀਆਂ ਨੇ ਬੈਠ ਕੇ। ਸ਼ੁਰੂ ਤੋਂ ਇਹ ਔਰਤ ਨੇ ਪੰਚਾਇਤਾਂ, ਅਦਾਲਤਾਂ, ਰੋਡਾਂ, ਇਹ ਸ਼ੁਰੂ ਅੱਜ ਨਹੀਂ, ਸੇਮ ਟੂ ਯੂ, ਇਹ ਤਲਾਕ ਦੀ ਵਜ੍ਹਾ ਵੀ ਇਹਦੇ ਰੋਡ ਸੀ। ਇਹ ਬਾਹਰ ਨਿਕਲਦੀ ਸੀ, ਰਹੀਮ ਸਟੋਰ ਦਾ ਕਹਿ ਕੇ ਕਿਤੇ ਪਾਰਕਾਂ 'ਚ ਨਿਕਲ ਜਾਂਦੀ ਸੀ। ਤਾਰਕ ਸਾਹਿਬ ਦਾ ਇੱਕ ਨਾਮ ਸੀ, ਉਹ ਨਹੀਂ ਸੀ ਚਾਹੁੰਦੇ ਕਿ ਮੇਰੇ ਨਾਮ ਨੂੰ ਕੋਈ ਮਸਲਾ ਬਣੇ, ਮੇਰੇ ਮੇਰੇ ਉੱਤੇ ਕੋਈ ਦਾਗ ਲੱਗੇ, ਮੇਰੇ ਉੱਤੇ ਕੋਈ ਫਲਾਣ ਲੱਗੇ। ਇਹ ਹੁਣ ਤਾਰਕ ਸਾਹਿਬ ਅੱਜ ਉਹਨਾਂ ਨੂੰ ਬਹੁਤ ਅੱਛੇ ਲੱਗ ਰਹੇ ਨੇ ਕਿ ਫੌਤ ਹੋ ਗਏ ਨੇ। ਕੱਲ੍ਹ ਤੱਕ ਉਹਨਾਂ ਦਾ 18 ਤਰੀਕ ਨੂੰ ਖਰਚਾ ਜਮ੍ਹਾਂ ਹੁੰਦਾ ਸੀ ਅਦਾਲਤ 'ਚ, ਤੇ 19 ਨੂੰ ਲਾਹੌਰ ਨਿਊਜ਼ ਤੇ ਪੱਟੀ ਗ੍ਰਿਫਤਾਰੀ ਦੀ ਕਰਾ ਦਿੰਦੀ ਸੀ। ਮੈਂ ਤਾਂ ਨਹੀਂ ਸੀ ਗ੍ਰਿਫਤਾਰੀ ਵਾਰੰਟ ਕਢਾਉਂਦਾ, ਤਾਰਕ ਸਾਹਿਬ ਦੇ ਖੁਦ ਦੇ ਵਾਰੰਟ ਕਢਾਉਂਦੀ ਸੀ। ਤੇ ਫਿਰ ਤਾਰਕ ਸਾਹਿਬ ਅੱਜ ਉਹਨਾਂ ਨੂੰ ਅੱਛਾ ਲੱਗ ਰਿਹਾ, ਤਾਰਕ ਸਾਹਿਬ ਫੌਤ ਹੋ ਚੁੱਕੇ ਨੇ, ਅੱਲਾ ਉਹਨਾਂ ਨੂੰ ਆਖਿਰਤ ਅੱਛੀ ਕਰੇ। ਮੇਰਾ ਭਾਈ ਹੈ, ਭਾਈ ਤੋਂ ਰਿਸ਼ਤਾ ਨਹੀਂ ਟੁੱਟੇਗਾ। ਇਹ ਔਰਤ ਤਲਾਕਸ਼ੁਦਾ ਹੈ, ਇਹਦਾ ਕੋਈ ਤਅੱਲੁਕ ਨਹੀਂ, ਉਹਦਾ ਨਾਮ ਲਵੇ, ਇਹਦੇ ਵਾਸਤੇ ਗੈਰ ਮੁਹਰਮ ਹੈ, ਨਾ ਕਬਰਸਤਾਨ ਜਾ ਸਕਦੀ ਹੈ, ਨਾ ਕਿਤੇ ਜਾ ਸਕਦਾ। ਬੱਚਿਆਂ ਦਾ ਬਾਪ ਹੈ, ਬੱਚਿਆਂ ਨੂੰ बाप नहीं लभना। जी बिल्कुल नाज़रीन, आपने शहबाज भाई की ज़ुबानी सारी गुफ्तगू सुनी कि किस तरह से इनकी जो एक्स भाभी थी, जो तारक टैडी साहब की जो साबका बीवी थी, वो किस तरह से उसको तिगनी का नाच नचाया करती थी, किस तरह से उसको ब्लैकमेल किया करती थी। अब चूंकि कुछ सबूत भी आपके सामने हैं और आपने देखे भी हैं कि किस तरह से वो खातून अपनी बच्चियों की आड़ में ब्लैकमेल कर रही है और ब्लैकमेलिंग का जो हो उसका जो तरीकाकार है वो किस तरह से करने की कोशिश कर रही है। असल में उसका मकसद सिर्फ क्या है कि बच्चियों को आगे करके जो बच्चियों का हिस्सा है वो किसी न किसी तरीके से मैं हथिया लूँ। मजीद किसी और वीडियो में आपसे दोबारा मुलाकात होगी, तब तक के लिए अल्लाह ने के बाद।